और भगवंत मान सरकार को बेनती करते भी देता हूँ तो एक मामला वड्डा एक तो बीजेपी नेता जो 5 स्टार होटल बनाने की कोशिश कर रहा वह कैंसल कर दो तो मौका है नाले तो पोलीटिकल फायदा होएगा नाले लोगों को इंसाफ मिल जाएगा नहीं तो लोग कहेंगे इलैक्शन भी जो बीजेपी लीडर के 23 एकड़ छड़ दिते मैं किसान है तो मेरी 1200 गज क्यों जे तुम अपने रसूखदारां नूं छड्डणे है 18 एकड़ तो बीजेपी के नेता छड्डना 23 एकड़ फिर किसान 1200 गज क्यों दे। शहीद भगत सिंह इंटरनेशनल एयरपोर्ट है वो तो अद्धा किलोमीटर पहले राइट साइड हाईवे के उत्ते 23.5 एकड़ जमीन हो रहा है एक बीजेपी नेता बीजेपी नेता नाम किसी होर दा बीजेपी का दिल्ली का सिख नेता है उसकी 23.5 एकड़ जमीन है ਹੁਣ 23.5 एकड़ जमीन च अपना 5 स्टार होटल बनाया गया रौला पै रहा ਹੁਣ एक पासे ਦਾ ਬਾਕਰਪੁਰ ਪਿੰਡ ਦੇ ਵਿੱਚ ਬਾਕੀ ਕਿਸਾਨਾਂ ਨੂੰ 1 ਏਕੜ ਦੇ ਵਿੱਚ ਮਿਲਦਾ 1200 ਗਜ ਦੂਜੇ ਪਾਸੇ ਆ ਸਕੈਮ ਕਰਨ ਵਾਲਿਆਂ ਨੂੰ ਤੇ ਰਸੂਖਦਾਰ ਬੰਦੇ ਨੂੰ 1 ਏਕੜ 'ਚ 4800 ਗਜ ਤੋਂ 4800 ਗਜ ਹੀ ਮਿਲਦਾ। ਅਰਬਾਂ ਦਾ ਘਟਾਲਾ ਇੱਕ ਹੋਰ ਹੋ ਗਿਆ। ਗਮਾਡਾ ਦੇ ਅਧਿਕਾਰੀ ਕਿਹੜੇ ਮਿਲੇ ਹੋਏ ਨੇ ਆਪਣੇ ਢਿੱਡ ਭਰਨ ਦੀ ਖਾਤਰ ਕਈ ਗਰੀਬਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਤੱਕ ਚਲਾ ਦਿੱਤੇ। सब तो पहली स्टोरी तुसीं कीती सीगी FIR दर्ज होने तो बाद सानूं पता भी तुहाडे ते कितना दबाव पाया गया पर तुसीं स्टोरी कायम रखी। ਜਦੋਂ ਅਮਰੂਦ ਬਾਗ ਸਕੈਮ ਹੋ ਰਿਹਾ ਸੀ ਉਦੋਂ ਹੀ ਚੰਡੀਗੜ੍ਹ ਜਿਹੜਾ ਮੋਹਾਲੀ ਇੰਟਰਨੈਸ਼ਨਲ 에ਅਰਪੋਰਟ ਆ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਉੱਥੇ ਜਿਹੜਾ ਪਿੰਡ ਆ ਬਾਕਰਪੁਰ ਉੱਥੇ ਹੀ ਜਿਹੜੀ ਜ਼ਮੀਨ ਦੇ ਵਿੱਚ ਅਮਰੂਦ ਬਾਗ ਲਗਾ ਕੇ ਸਕੈਮ ਕੀਤਾ ਗਿਆ ਸੈਂਕੜੇ ਕਰੋੜ ਦਾ। ਉੱਥੇ ਇੱਕ ਨਵਾਂ ਸਕੈਮ ਇਹ ਹੋ ਗਿਆ ਕਿ ਬਾਕੀ ਕਿਸਾਨਾਂ ਤੋਂ ਦੇ ਦਿੱਤੀ 1200 ਗਜ ਪਰ ਉਸ ਪਿੰਡ ਦੇ ਵਿੱਚ ਜਿਹੜੇ ਰਸੂਖਦਾਰ ਬੰਦੇ ਸੀ ਅਮਰੂਦ ਬਾਗ ਸਕੈਮ ਵਾਲੇ ਤੇ ਹੋਰ ਪੋਲੀਟੀਕਲ ਲੋਕ ਉਹਨੂੰ 18 ਕਿੱਲੇ ਪੂਰੇ ਛੱਡ ਦਿੱਤੇ। ਉਹਦੇ ਵਿੱਚ ਉਹ ਸ਼ੋਰੂਮ ਬਣਾਉਣਾ ਬੈਂਕ ਬਣਾਉਣ ਜੋ ਮਰਜ਼ੀ ਬਣਾ ਕੇ ਗਮਾਡਾ ਦੇ ਬਰਾਬਰ ਪ੍ਰਾਪਰਟੀ ਡੀਲਰ ਬਣ ਕੇ ਉਹ ਜੋ ਮਰਜ਼ੀ ਉੱਥੇ ਕਮਰਸ਼ੀਅਲ ਐਕਟੀਵਿਟੀ ਕਰਨਾ। ਇਹਦੇ ਵਿੱਚ ਫਿਰ ਜ਼ਿੰਮੇਵਾਰ ਕੌਣ ਸੀ ਕਿਹਨੇ ਖੁੱਲ੍ਹ ਦਿੱਤੀ ਕਿ ਉਹ ਇਸ ਤਰ੍ਹਾਂ ਹੋ ਗਿਆ। ਗਮਾਡਾ ਦਾ ਹਮੇਸ਼ਾ ਹੀ ਜਿਹੜਾ ਚੇਅਰਪਰਸਨ ਹੈ ਮੁੱਖ ਮੰਤਰੀ ਰਿਹਾ। कौन से मुख्यमंत्री कैप्टन अमरिंदर उस तो पहले कौन सी प्रकाश सिंह बादल मुख्यमंत्री तो बाद फिर कौन रहा फिर CA गमाडा फिर मौके का MLA बलवीर सिंह सिद्धू सीगा। छोटा जिहा अनुमान लाइए तो किन्ना को सरकारी खजाने नूं चूना लग्या। मेरा पिंड हाईवे ते है गमाडा तो बाहर है 10 करोड़ रुपए किलो तो उत्थे गमाडा अधिकारी ਜਿਹੜੇ मकान तोड़ते हैं ਇੱਥੇ ਇਮਾਨਦਾਰੀ ਨਹੀਂ ਇੱਥੇ ਰਿਸ਼ਵਤ ਦੇ ਕੇ ਤੁਸੀਂ ਜਿਹੜੇ ਮਰਜ਼ੀ ਮਕਾਨ ਬਚਾ ਲਓ ਜਿਹੜਾ ਨਹੀਂ ਦਿੰਦਾ ਖੁੰਦਾ ਕੱਢਣੀ ਤੋੜ ਦਿਓ। जिन्ने भी कॉलोनी जदा गमाडा ड्राइव चलाती है वो इदा चुन के जोड़े बंदे पैसे नहीं देंगे या रिश्वत नहीं देंगे कोई हिस्सा पत्ती नहीं करते सिर्फ उन्होंने मकान ही तोड़े जाते हैं। पंजाब दे विच घपलियां दी भरमार है पर उस दे विचों उजागर करना थोड़ा करके सही पर हो जाता। अरबां दा घटाला एक होर हो गया। गमाडा दे अधिकारी किहड़े मिले होए ने ते होर किहड़े वड्डे अफसर ने जिन्हां ने अपणियां जेबां भरन दी खातर अपने ढिड भरन दी खातर कई गरीबां दे घरां दे उत्ते बुलडोजर तक चला दित्ते। घर ढह ढेरी हो गए उन्हां नूं एक दवानी नहीं मिली पर अफसरां दीयां जेबां भरीआं गईआं। इसे ही घपले नूं पर्दाफाश करन दे लई एक प्रैस कॉन्फ्रेंस ताजी हुई है उस दे विच तत्थ पेश कीते गए ने। उन्हां तत्थां दे आधार ते जेकर जांच मुकम्मल हुंदी है तां ਕਿਹੜਾ ਅੜਿੱਕੇ ਚੜ੍ਹ ਸਕਦਾ ਹੈ ਕਿ ਵਿਜੀਲੈਂਸ ਦੇ ਹੱਥ ਉਹਨਾਂ ਤੱਕ ਪੁੱਜਣਗੇ ਇੱਕ ਬੜਾ ਵੱਡਾ ਸਵਾਲ ਹੈ। ਇਸ ਮਸਲੇ ਤੇ ਗੱਲ ਕਰਾਂਗੇ ਵਿਸਥਾਰ ਦੇ ਨਾਲ। ਮੇਰੇ ਨਾਲ ਨੇ RTI ਐਕਟਿਵਿਸਟ ਤੇ ਇਹਨਾਂ ਮੁੱਦਿਆਂ ਦੇ ਉੱਤੇ ਬੋਲਦੇ ਰਹਿੰਦੇ ਨੇ ਜਿਹੜੇ ਕਿ ਕਰਪਸ਼ਨ ਦੇ ਅਗੇਂਸਟ ਇੱਕ ਜਥੇਬੰਦੀ ਵੀ ਚਲਾਉਂਦੇ ਨੇ ਸਤਨਾਮ ਸਿੰਘ ਦਾਊ ਸਾਡੇ ਨਾਲ ਨੇ। ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਦਾਊ ਸਾਹਿਬ ਕੋਈ ਨਾ ਕੋਈ ਘਪਲਾ ਹੋਵੇ ਤੇ ਉਸ ਨੂੰ ਉਜਾਗਰ ਕਰਨ ਵਾਲਾ ਮਸਲਾ ਆ ਜੇ ਤਾਂ ਤੁਹਾਡਾ ਨਾਮ ਆ ਹੀ ਜਾਂਦਾ। ਤੁਸੀਂ ਅੱਜ ਵੀ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਘਪਲਾ ਹੈ ਕਿੰਨੇ ਦਾ ਔਰ ਇਹਨੂੰ ਕਰਨ ਵਾਲੇ ਕੌਣ ਨੇ। ਪਹਿਲੀ ਗੱਲ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਅਮਰੂਦ ਬਾਗ ਸਕੈਮ ਜਿਹੜਾ ਉਹਦੀ ਸਭ ਤੋਂ ਪਹਿਲੀ ਸਟੋਰੀ ਤੁਸੀਂ ਕੀਤੀ ਸੀਗੀ FIR ਦਰਜ ਹੋਣ ਤੋਂ ਬਾਅਦ ਸਾਨੂੰ ਪਤਾ ਵੀ ਤੁਹਾਡੇ ਤੇ ਕਿੰਨਾ ਦਬਾਅ ਪਾਇਆ ਗਿਆ ਪਰ ਤੁਸੀਂ ਉਹ ਸਟੋਰੀ ਕਾਇਮ ਰੱਖੀ ਤੇ ਉਹਦਾ ਧੰਨਵਾਦ। ਜੇ ਅਮਰੂਦ ਬਾਗ ਸਕੈਮ 'ਚ ਕਾਰਵਾਈ ਨਾ ਹੁੰਦੀ ਤਾਂ ਹੋ ਸਕਦਾ ਇਹ ਘਪਲਾ ਵੀ ਅਸੀਂ ਉਜਾਗਰ ਨਾ ਕਰਦੇ। ਪਤਾ ਸਾਨੂੰ ਉਦੋਂ ਹੀ ਲੱਗ ਗਿਆ ਸੀ ਜਦੋਂ ਅਮਰੂਦ ਬਾਗ ਸਕੈਮ ਦਾ ਪਤਾ ਲੱਗਿਆ ਸੀ। ਅਸੀਂ ਦੇਖ ਰਹੇ ਵੀ ਕੀ ਸਰਕਾਰ ਕਾਰਵਾਈ ਕਰਦੀ ਹੈ। FIR ਦਰਜ ਹੋਈ ਵਿਜੀਲੈਂਸ ਨੇ ਸਰਕਾਰ ਨੇ ਕਾਰਵਾਈ ਕੀਤੀ 19-20 ਬੰਦੇ ਜੇਲ੍ਹ 'ਚ ਗਏ ਆ। ਫਿਰ ਸਾਡਾ ਹੌਸਲਾ ਪਿਆ ਚੱਲ ਅਗਲੀ ਗੱਲ ਵੀ ਆਪਾਂ ਕਰੀਏ। ਹੁਣ ਇਹ ਅਮਰੂਦ ਬਾਗ ਸਕੈਮ ਨਾਲ ਜੁੜਿਆ ਹੋਇਆ ਘਪਲਾ ਹੈਗਾ ਇੱਕ। ਹੁਣ ਘਪਲਾ ਆਪਾਂ ਫਿਰ ਅਮਰੂਦ ਬਾਗ ਸਕੈਮ ਦੀ ਦੱਸਣ ਦੀ ਲੋੜ ਨਹੀਂ ਤੁਹਾਡੇ ਚੈਨਲ 'ਤੇ ਬਹੁਤ ਵਾਰੀ ਗੱਲ ਹੋ ਚੁੱਕੀ ਹੈ। ਜਦੋਂ ਅਮਰੂਦ ਬਾਗ ਸਕੈਮ ਹੋ ਰਿਹਾ ਸੀ ਉਦੋਂ ਹੀ ਚੰਡੀਗੜ੍ਹ ਜਿਹੜਾ ਮੋਹਾਲੀ ਇੰਟਰਨੈਸ਼ਨਲ 에ਅਰਪੋਰਟ ਆ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਉੱਥੇ ਜਿਹੜਾ ਪਿੰਡ ਆ ਬਾਕਰਪੁਰ ਉੱਥੇ ਹੀ ਜਿਹੜੀ ਜ਼ਮੀਨ ਦੇ ਵਿੱਚ ਅਮਰੂਦ ਬਾਗ ਲਗਾ ਕੇ ਸਕੈਮ ਕੀਤਾ ਗਿਆ ਸੈਂਕੜੇ ਕਰੋੜ ਦਾ। ਉੱਥੇ ਦੂਜਾ ਘਪਲਾ ਹੋ ਗਿਆ। ਦੂਜਾ ਘਪਲਾ ਇਹ ਹੈ ਕਿ ਜਿਹੜੇ ਕਿਸਾਨਾਂ ਕੋਲੋਂ ਜ਼ਮੀਨ ਲੈਣੀ ਹੈ ਤੁਸੀਂ ਤਾਂ ਗਮਾਡਾ ਜ਼ਮੀਨ ਲੈਣ ਵਾਸਤੇ ਇੱਕ LOI ਲੈਟਰ ਜਾਰੀ ਕਰਦਾ। ਉਹ ਲੈਟਰ ਇਹ ਹੈ ਕਿ ਜਿਹੜੀ 4840 ਗਜ 1 ਏਕੜ ਦੇ ਵਿੱਚ ਜ਼ਮੀਨ ਹੈ ਤਾਂ ਗਮਾਡਾ ਕਹਿੰਦੀ ਜਾਂ ਤੁਸੀਂ 2 ਕਰੋੜ 20 ਲੱਖ ਲੈ ਲਓ
ਜਾਂ ਫਿਰ ਤੁਸੀਂ 1200 ਗਜ਼ ਜ਼ਮੀਨ ਲੈ ਲਓ। 1200 ਗਜ਼ ਦਾ ਕਰੋਗੇ ਕੀ, ਜਦੋਂ ਸੈਕਟਰ ਡਿਵੈਲਪ ਹੋਏਗਾ 200 ਗਜ਼ ਦਾ ਤੁਸੀਂ ਕਮਰਸ਼ੀਅਲ ਇੱਥੇ ਬਣਾ ਲਓਗੇ ਸ਼ੋਰੂਮ ਵਗੈਰਾ, 500 ਗਜ਼ 300 ਗਜ਼ ਤੇ 200 ਗਜ਼ 1000 ਗਜ਼ ਦਾ ਰੈਜ਼ੀਡੈਂਸ਼ੀਅਲ ਪਲਾਟ ਤੁਹਾਨੂੰ ਮਿਲ ਜਾਣਗੇ। ਉਹ ਵੇਚੋ ਭਾਵੇਂ ਰੱਖੋ, ਮਤਲਬ 1200 ਗਜ਼ ਮਿਲੇਗੀ। ਇਹ ਹੈਗਾ ਸਰਕਾਰ ਦੀ ਆਫਰ। ਉੱਥੇ ਹੀ ਬਾਗ ਲਗਾਏ, ਉੱਥੇ ਹੀ ਸਕੈਮ ਕੀਤਾ, ਉੱਥੇ ਹੀ ਅਫਸਰਾਂ ਨੇ ਖਰੀਦੀ। ਪਰ ਉੱਥੇ ਇੱਕ ਨਵਾਂ ਸਕੈਮ ਇਹ ਹੋ ਗਿਆ ਕਿ ਬਾਕੀ ਕਿਸਾਨਾਂ ਤੋਂ ਦੇ ਦਿੱਤੀ 1200 ਗਜ਼, ਪਰ ਉਸ ਪਿੰਡ ਦੇ ਵਿੱਚ ਜਿਹੜੇ ਰਸੂਖਦਾਰ ਬੰਦੇ ਸੀ ਅਮਰੂਦ ਬਾਗ ਸਕੈਮ ਵਾਲੇ ਤੇ ਹੋਰ ਪੋਲੀਟੀਕਲ ਲੋਕ, ਉਹਨਾਂ ਨੂੰ 18 ਕਿੱਲੇ ਪੂਰੇ ਛੱਡ ਦਿੱਤੇ। ਇਹ 'ਚ ਕੀ ਸਕੈਮ ਹੋ ਗਿਆ? ਗਵਾਂਢੀ ਕਿਸਾਨ ਨੂੰ ਤਾਂ 1 ਕਿੱਲੇ 'ਚੋਂ ਮਿਲਦਾ 1200 ਗਜ਼, ਸਕੈਮ ਕਰਨ ਵਾਲੇ ਨੂੰ ਮਿਲਦਾ 1 ਕਿੱਲੇ 'ਚੋਂ 4840 ਗਜ਼ ਪੂਰੇ ਦੇ ਪੂਰੇ ਕਮਰਸ਼ੀਅਲ ਪ੍ਰਾਪਰਟੀ। ਤੇ ਉਹਦੇ ਵਿੱਚ ਉਹ ਸ਼ੋਰੂਮ ਬਣਾਉਣਾ, ਬੈਂਕ ਬਣਾਉਣ, ਜੋ ਮਰਜ਼ੀ ਬਣਾ ਕੇ ਗਮਾਡਾ ਦੇ ਬਰਾਬਰ ਪ੍ਰਾਪਰਟੀ ਡੀਲਰ ਬਣ ਕੇ ਉਹ ਜੋ ਮਰਜ਼ੀ ਉੱਥੇ ਕਮਰਸ਼ੀਅਲ ਐਕਟੀਵਿਟੀ ਕਰਨਾ, ਉਹ 18 ਕਿੱਲੇ ਛੱਡ ਦਿੱਤੇ। ਐਡੀ ਵੱਡੀ ਜਿਹੜੀ ਹੇਰ ਫੇਰ ਹੋ ਰਹੀ ਸੀ, ਤੇਰ-ਮੇਰ ਹੋ ਰਹੀ ਸੀ, ਇੱਕ ਪਾਸੇ ਗਰੀਬਾਂ ਦੇ ਮਕਾਨ ਜਿਨ੍ਹਾਂ ਨੂੰ ਥੋੜੀ ਜੀ ਜ਼ਮੀਨ ਉਹਦੇ ਬਦਲੇ, ਇੱਕ ਪਾਸੇ ਖੁੱਲੀ ਦੀ ਖੁੱਲੀ ਜ਼ਮੀਨ। ਇਹਦੇ ਵਿੱਚ ਫਿਰ ਜ਼ਿੰਮੇਵਾਰ ਕੌਣ ਸੀ? ਕਿਹਨੇ ਖੁੱਲ ਦਿੱਤੀ ਕਿ ਉਹ ਇਸ ਤਰ੍ਹਾਂ ਹੋ ਗਿਆ? ਰਸੂਖਦਾਰਾਂ ਨੂੰ ਤਾਂ ਗੱਫੇ ਮਿਲੇ, ਗਰੀਬਾਂ ਦੇ ਵਿੱਚੋਂ ਤਾਂ ਕੱਟ ਲਿਆ ਗਿਆ ਬਹੁਤ ਕੁਝ। ਦੇਖੋ ਮੈਂ ਦੱਸਾਂ, ਗਮਾਡਾ ਦਾ ਹਮੇਸ਼ਾ ਹੀ ਜਿਹੜਾ ਚੇਅਰਪਰਸਨ ਹੈ ਮੁੱਖ ਮੰਤਰੀ ਰਿਹਾ। ਇਹਦਾ ਮਤਲਬ ਮੁੱਖ ਮੰਤਰੀ ਦੀ ਸਹਿਮਤੀ ਹੈ। ਕੌਣ ਸੀ ਮੁੱਖ ਮੰਤਰੀ? ਕੈਪਟਨ ਅਮਰਿੰਦਰ। ਉਸ ਤੋਂ ਪਹਿਲਾਂ ਕੌਣ ਸੀ? ਪ੍ਰਕਾਸ਼ ਸਿੰਘ ਬਾਦਲ। ਮੁੱਖ ਮੰਤਰੀ ਤੋਂ ਬਾਅਦ ਫਿਰ ਕੌਣ ਰਿਹਾ? ਫਿਰ ਸੀਏ ਗਮਾਡਾ, ਏਸੀਏ ਗਮਾਡਾ। ਪੀਰੀਅਡ ਦੇ ਦੌਰਾਨ ਦੀਆਂ ਗੱਲਾਂ ਨੇ ਕਿ ਸਾਰਾ ਕੁਝ ਹੁੰਦਾ ਰਿਹਾ। ਪਿਛਲੀ ਟਰਮ ਦੀ ਗੱਲ ਹੈ, ਕਾਂਗਰਸ ਟਾਈਮ ਦੀ ਆ। ਫਿਰ ਮੌਕੇ ਦਾ ਐਮਐਲਏ ਬਲਵੀਰ ਸਿੰਘ ਸਿੱਧੂ ਸੀਗਾ। ਤੇ ਸਾਨੂੰ ਨਹੀਂ ਪਤਾ ਕਿਵੇਂ ਹੋਇਆ, ਪਰ ਇਹ ਜ਼ਮੀਨ ਜਿਹੜੀ ਆ 18 ਏਕੜ ਛੱਡੀ ਗਈ ਹੈ ਬਾਕਰਪੁਰ ਪਿੰਡ 'ਚ। ਹੁਣ ਅੱਗੇ ਫਿਰ ਕੀ ਹੋਇਆ, ਅੱਗੇ ਸੁਣ ਲਓ। ਜਦੋਂ 18 ਏਕੜ ਛੱਡ ਦਿੱਤੀ ਤਾਂ 4 ਬੰਦੇ ਹੋਰ ਨਿਕਲ ਆਏ। ਉਹ ਕਹਿੰਦੇ ਜੇ ਇਹ 18 ਏਕੜ ਛੱਡੀ ਤਾਂ ਮੈਨੂੰ ਵੀ ਛੱਡੋ। ਉਹ 4 ਦੀ ਬਣਦੀ ਹੈ 23.5 ਏਕੜ। ਉਹਨੇ ਹਾਈ ਕੋਰਟ ਪਾਦਾ ਕੇਸ, ਤੇ ਗਮਾਡਾ ਵਾਲਿਆਂ ਨੇ ਕੋਈ ਪੈਰਵੀ ਨਹੀਂ ਕੀਤੀ, ਉਲਟਾ ਉਹਦੀ ਮਦਦ ਕੀਤੀ ਤੇ 23 ਕਿੱਲਿਆਂ ਦਾ ਹੋ ਗਿਆ ਸਟੇਟਸ ਕੋ। ਹੁਣ 18 ਪਲੱਸ 23। ਜਦੋਂ ਇਹ ਹੋ ਗਿਆ ਤਾਂ ਇੱਕ ਹੋਰ ਆ ਗਿਆ ਤੀਜਾ ਬੰਦਾ, ਬਿਲਕੁਲ ਜਿਹੜਾ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਹੈ ਉਹ ਤੋਂ ਅੱਧਾ ਕਿਲੋਮੀਟਰ ਪਹਿਲੇ ਰਾਈਟ ਸਾਈਡ ਹਾਈਵੇ ਦੇ ਉੱਤੇ 23.5 ਏਕੜ ਜ਼ਮੀਨ ਹੋ ਰਿਹਾ ਇੱਕ ਬੀਜੇਪੀ ਨੇਤਾ ਦੀ। ਬੀਜੇਪੀ ਨੇਤਾ ਨਾਮ ਕਿਸੇ ਹੋਰ ਦਾ ਹੋਵੇ, ਬੀਜੇਪੀ ਦਾ ਦਿੱਲੀ ਦਾ ਸਿੱਖ ਨੇਤਾ ਹੈਗਾ, ਉਹਦੀ 23.5 ਏਕੜ ਜ਼ਮੀਨ ਹੈ। ਹੁਣ 23.5 ਏਕੜ ਜ਼ਮੀਨ 'ਚ ਆਪਣਾ 5 ਸਟਾਰ ਹੋਟਲ ਬਣਾਇਆ ਗਿਆ, ਰੌਲਾ ਪੈ ਰਿਹਾ। ਹੁਣ ਇੱਕ ਪਾਸੇ ਦਾ ਬਾਕਰਪੁਰ ਪਿੰਡ ਦੇ ਵਿੱਚ ਬਾਕੀ ਕਿਸਾਨਾਂ ਨੂੰ 1 ਏਕੜ ਦੇ ਵਿੱਚ ਮਿਲਦਾ 1200 ਗਜ਼, ਦੂਜੇ ਪਾਸੇ ਆ ਸਕੈਮ ਕਰਨ ਵਾਲਿਆਂ ਨੂੰ ਤੇ ਰਸੂਖਦਾਰ ਬੰਦੇ ਨੂੰ 1 ਏਕੜ 'ਚ 4800 ਗਜ਼ ਤੋਂ 4800 ਗਜ਼ ਹੀ ਮਿਲਦਾ। ਹੁਣ ਕਪਲਾ ਇਹ ਹੈ ਕਿ ਜੇ 1200 ਗਜ਼ ਦੇਣਾ ਹੈ ਤਾਂ ਜਿਹੜਾ ਬਾਕੀ ਜ਼ਮੀਨ ਸੀ ਪੰਜਾਬ ਸਰਕਾਰ ਦੀ ਗਮਾਡਾ ਦੀ, ਜਿੱਥੇ ਕੋਠੀਆਂ ਤੇ ਕਮਰਸ਼ੀਅਲ ਕੰਪਲੈਕਸ ਬਣਾ ਕੇ ਸਰਕਾਰ ਨੇ ਵੇਚਣਾ ਤੇ ਸਰਕਾਰ ਨੂੰ ਆਮਦਨ ਹੋਣੀ ਸੀ, ਹੁਣ ਸਰਕਾਰ ਨੂੰ ਚੂਨਾ ਲੱਗ ਗਿਆ। ਮੋਟਾ ਜਿਹਾ ਅਨੁਮਾਨ ਲਾਈਏ ਤੇ ਕਿੰਨਾ ਕੁ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਿਆ? ਮੇਰਾ ਪਿੰਡ ਹਾਈਵੇ ਤੇ ਆ, ਗਮਾਡਾ ਤੋਂ ਬਾਹਰ ਆ, 10 ਕਰੋੜ ਰੁਪਏ ਕਿੱਲਾ ਦਾ ਉੱਥੇ ਹੈ। ਹੁਣ ਇਹ ਕਮਰਸ਼ੀਅਲ ਪ੍ਰਾਪਰਟੀ ਹੈ, ਏਅਰਪੋਰਟ ਦੇ ਨੇੜੇ ਆ, ਦੁੱਗਣਾ ਲਗਾ ਲਓ, ਤਿੱਗਣਾ ਲਗਾ ਲਓ, ਚੌਗਣਾ ਲਗਾ ਲਓ। ਪਰ ਮੇਰੇ ਪਿੰਡ ਦਾ ਰੇਟ ਵੀ ਲਾਇਆ ਜਾਵੇ ਐਗਰੀਕਲਚਰ ਲੈਂਡ ਦਾ ਤਾਂ ਵੀ 10 ਕਰੋੜ ਕਿੱਲਾ ਤੇ 60 ਕਿੱਲਾ ਦਾ 600 ਕਰੋੜ ਦਾ ਹੋ ਗਿਆ। ਕੀ ਗਮਾਡਾ ਦਾ ਆਹੀ ਘਪਲਾ ਹੈ? ਨਹੀਂ। ਡਿਸਟ੍ਰਿਕਟ ਕੋਰਟ ਕੰਪਲੈਕਸ 'ਚ ਜਿਹੜਾ ਮੋਹਾਲੀ ਹੈ ਉਹਦੇ ਬਿਲਕੁਲ 200 ਮੀਟਰ ਦੇ ਏਰੀਏ 'ਚ ਸੈਕਟਰ 90 ਜਾਂ 99 ਪੈਂਦਾ, ਇੱਕ ਵੱਡੀ ਸਾਰੀ ਕੋਠੀ ਬਣੀ ਹੈ, ਮੱਝਾਂ ਉੱਥੇ ਬੰਨੀਆਂ ਹੋਈਆਂ, ਉਹ ਜ਼ਮੀਨ ਵੀ ਛੱਡੀ ਹੋਈ ਹੈ। ਉਸ ਤੋਂ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਸਾਹਮਣੇ ਪਿੰਡ ਲਖਨੌਰ ਹੈ, ਉਹਦੀ ਜਿਹੜੀ ਬੈਕ ਸਾਈਡ ਹੈ ਉਹ ਤੇ ਸੜਕ ਬਣਦੀ ਹੈ, ਅੱਗੇ ਸੜਕ ਤੇ ਸਟਾਪ ਦਾ ਬੋਰਡ ਲਗਾਇਆ ਹੈ, ਰੁਕੀ ਹੋਈ ਹੈ, ਉਹ ਤੋਂ ਕੁਝ ਮੀਟਰ ਬਾਅਦ ਫਿਰ ਸੜਕ ਬਣਦੀ ਹੈ। ਉਹ ਜ਼ਮੀਨ ਅਕਵਾਇਰ ਨਹੀਂ ਕੀਤੀ, ਜਾਂ ਤਾਂ ਰਸੂਖਦਾਰਾਂ ਦੀ ਹੈ ਜਾਂ ਕੋਰਟ ਕਚਹਿਰੀ ਝਗੜਾ ਚੱਲਦਾ। ਇਸ ਤਰੀਕੇ ਨਾਲ ਮੋਹਾਲੀ ਦੇ ਵਿੱਚ 5-7 ਜਗ੍ਹਾ ਦੀ ਅਸੀਂ ਵੀਡੀਓ ਤੁਹਾਨੂੰ ਭੇਜੀ ਹੈ ਤੇ ਉਹ ਜ਼ਮੀਨਾਂ ਇਸ ਤਰੀਕੇ ਨਾਲ ਛੱਡ ਕੇ ਹੋਇਆ ਕਿ ਜਿਹੜਾ ਮੈਂ ਬਾਕਰਪੁਰ ਦੀ ਗੱਲ ਕਰਦਾ, ਐਟਰੋਪੋਲਿਸ ਪ੍ਰੋਜੈਕਟ ਦੀਆਂ ਸੜਕਾਂ ਬਣੀਆਂ ਹੋਈਆਂ ਨਕਸ਼ੇ ਦੇ ਵਿੱਚ, ਜ਼ਮੀਨ ਅਕਵਾਇਰ ਕਰਨੀ ਸੀ, ਪਰ ਜਦੋਂ ਰਸੂਖਦਾਰਾਂ ਨੇ ਛਡਵਾ ਲਈ ਡੰਡੇ ਦੇ ਜ਼ੋਰ ਨਾਲ, ਰਿਸ਼ਵਤ ਨਾਲ, ਉਹ ਸੜਕਾਂ ਦਾ ਨਕਸ਼ਾ ਵੀ ਬਦਲਤਾ। ਹੁਣ ਜੇ ਐਟਰੋਪੋਲਿਸ ਪ੍ਰੋਜੈਕਟ ਦਾ ਨਕਸ਼ਾ ਬਦਲਿਆ ਜਾਏਗਾ, ਸ਼ਹਿਰ ਦਾ ਜਿਹੜਾ ਨਕਸ਼ਾ ਬਦਲ ਕੇ ਵਿਗਾੜ ਪੇਸ਼ ਕਰ ਦੇਣਾ, ਇੱਦਾਂ ਦੇ 15-20 ਜਗ੍ਹਾ ਹੋ ਰਿਹਾ। ਹੁਣ ਇਹਦੇ ਧੱਕਾ ਕੀ ਹੋ ਗਿਆ? ਇੱਦਾਂ ਦੇ ਹਜ਼ਾਰਾਂ ਲੋਕਾਂ ਨੂੰ LOI ਮਿਲੀ ਹੋਈ ਕਿਸਾਨਾਂ ਨੂੰ। ਜਦੋਂ LOI ਜਾਰੀ ਕਰ ਦਿੰਦੇ ਤਾਂ ਕਿਸਾਨ ਤੇ ਰੋਕ ਲੱਗ ਜਾਂਦੀ, ਹੁਣ ਤੂੰ ਇੱਥੇ ਫਸਲ ਨਹੀਂ ਵੇਚ ਸਕਦਾ, ਗਮਾਡਾ ਦੀ ਹੋਗੀ, ਬਿਨਾਂ ਪੈਸੇ ਦਿੱਤੇ ਪੇਪਰ ਦਿੱਤਾ ਇੱਕ ਕਾਗਜ਼ ਦਾ ਟੁਕੜਾ, ਇਹ ਗਮਾਡਾ ਦੀ ਹੋਗੀ, ਤੂੰ ਇੱਥੇ ਪਸ਼ੂਆਂ ਦਾ ਚਾਰਾ ਵੀ ਨਹੀਂ ਵੇਚ ਸਕਦਾ, ਤੂੰ ਇੱਥੇ ਖੇਤੀ ਵੀ ਨਹੀਂ ਕਰ ਸਕਦਾ, ਤੈਨੂੰ ਅਸੀਂ ਪੈਸੇ ਵੀ ਕੋਈ ਨਹੀਂ ਦੇਣੇ, ਤੈਨੂੰ ਅਸੀਂ ਜ਼ਮੀਨ ਵੀ ਕੋਈ ਨਹੀਂ ਦੇਣੀ। ਜਦੋਂ ਕਦੇ ਸੈਕਟਰ ਡਿਵੈਲਪ ਕਰਾਂਗੇ 5-10-20 ਸਾਲ ਬਾਅਦ ਫਿਰ ਤੈਨੂੰ ਜ਼ਮੀਨ ਮਿਲ ਜੇਗੀ, ਤੂੰ ਨਹੀਂ ਵੇਚਦੀ। ਉਦੋਂ ਤੱਕ ਉਹ ਜਿਹੜੇ ਗਰੀਬ ਲੋਕ ਜਿਨ੍ਹਾਂ ਕੋਲ ਹੈ ਹੀ ਉਹ ਸੀ ਖਜ਼ਾਨਾ ਜਿਹੜਾ ਉਹਨਾਂ ਨੇ ਕਬਜ਼ਾ ਕਰ ਲਿਆ ਇੱਕ ਤਰ੍ਹਾਂ ਦਾ, ਚਾਹੇ ਕਾਗਜ਼ੀ ਤਰੀਕੇ ਨਾਲ ਕੀਤਾ, ਫਿਰ ਉਦੋਂ ਤੱਕ ਉਹ ਲੋਕ ਕੀ ਕਰਦੇ ਆ, ਅੱਜ ਉਹ ਕੀ ਕਹਿੰਦੇ? ਜਿਹੜੇ ਕਿਸਾਨਾਂ ਦੀ ਗੱਲ ਕਰਦੇ, ਅਮਰੂਦ ਬਾਗ ਸਕੈਮ ਉੱਥੇ ਤਾਂ ਹੋਇਆ। ਹੁਣ ਕਿਸਾਨ ਕਹਿੰਦਾ ਮੈਂ ਤਾਂ ਰੋਟੀ ਚਲਾਣੀ, ਮੈਂ ਕੀ ਕਰਾਂ? ਤਾਂ ਫਿਰ ਕੋਈ IAS ਅਫਸਰ ਕਹਿੰਦਾ ਚੱਲ ਜ਼ਮੀਨ ਮੇਰੀ ਵਾਈਫ ਨੂੰ ਦੇ ਦੇ ਯਾਰ, ਆ ਲੈ ਪੈਸੇ, LOI ਦਾ ਲੈਟਰ ਮੈਨੂੰ ਦੇ ਦੇ, ਮੈਂ ਉੱਥੇ ਅਮਰੂਦ ਦਾ ਬਾਗ ਲਗਾ ਲੈਣਾ। ਉਹ ਫਿਰ ਪੈਸੇ ਵਾਲੇ ਲੋਕ ਉਹਨੂੰ ਬਲੈਕਮੇਲ ਕਰਦੇ, ਕਿਸਾਨ ਨੇ ਤਾਂ ਆਪਣਾ ਗੁਜ਼ਾਰਾ ਕਰਨਾ। ਅਗਲਾ ਕਹਿੰਦਾ ਮੇਰੀ ਜ਼ਮੀਨ ਵਿਕ ਜਾਣੀ, 1 ਕਿੱਲੇ 'ਚ ਮੈਨੂੰ 1200 ਗਜ਼ ਮਿਲਣੇ, 1200 ਗਜ਼ ਦਾ ਮੈਂ ਵੇਚ ਕੇ ਅੱਗੇ 2-4 ਕਿੱਲੇ ਦੂਰ ਜਾ ਕੇ ਕਿਧਰ ਲੈਣਾ, ਮੋਹਾਲੀ ਤੋਂ ਦੂਰ। ਇਸ ਤਰੀਕੇ ਨਾਲ ਉਹਦੇ ਨਾਲ ਘਪਲਾ ਹੋਇਆ। ਇੱਕ ਤਾਂ ਘਪਲਾ ਇਹ ਹੈ। ਦੂਜਾ ਘਪਲਾ ਅਸੀਂ ਅੱਜ ਉਜਾਗਰ ਕੀਤਾ। ਤੁਸੀਂ ਅਕਸਰ ਅਖਬਾਰਾਂ 'ਚ ਪੜ੍ਹਦੇ ਆ ਕਿ ਗਮਾਡਾ ਦੀ JCB ਗਈ, ਨਜਾਇਜ਼ ਸਾਰੀ ਤੋੜ ਦਿੱਤੀ।
ਇਹ ਨਜਾਇਜ਼ ਉਸਾਰੀਆਂ ਤੋੜਨ ਦਾ ਜਿਹੜਾ ਡਰਾਮਾ ਗਮਾਡਾ ਕਰਦਾ ਇਹ ਝੂਠ ਹੈ, ਫਰੇਬ ਹੈ ਲੋਕਾਂ ਨਾਲ। ਜੇ ਗਮਾਡਾ ਵਾਲੇ ਇੰਨੇ ਹੀ ਇਮਾਨਦਾਰ ਹੁੰਦੇ ਤਾਂ ਖੁੰਬਾਂ ਦੀ ਤਰ੍ਹਾਂ ਕਲੋਨੀਆਂ ਬਣਦੀਆਂ ਕਿਉਂ ਜਿਹੜੇ ਤੋੜਨੀਆਂ ਪੈ ਰਹੀਆਂ? ਹਜ਼ਾਰਾਂ ਕਲੋਨੀਆਂ ਬਣ ਗਈਆਂ ਚੰਡੀਗੜ੍ਹ ਦੇ ਇਲਾਕੇ 'ਚ, ਮੋਹਾਲੀ ਦੇ ਇਲਾਕੇ 'ਚ, ਉੱਥੇ ਨਜਾਇਜ਼ ਉਸਾਰੀਆਂ ਹੋ ਗਈਆਂ। ਕਦੇ ਕਦੇ ਡਰਾਮਾ ਜਿਹਾ ਕਰਕੇ ਉਹ JCB ਤੋੜ ਦਿੰਦੇ। ਹੁਣ ਇੱਥੇ ਘਪਲਾ ਕੀ ਹੁੰਦਾ? ਮੈਂ ਹੁਣ ਫੇਰ ਬਾਕਰਪੁਰ ਦੀ ਗੱਲ ਕਰਦਾ। ਬਾਕਰਪੁਰ ਦੇ ਵਿੱਚ ਜੇ 18 ਕਿੱਲੇ ਰਸੂਖਦਾਰਾਂ ਨੂੰ ਛੱਡ ਦਿੱਤੇ ਤਾਂ ਲਾਲ ਗੇਟ ਦੇ ਬਾਹਰ 32 ਘਰਾਂ ਦੀ ਲਿਸਟ ਹੈ ਜਿਹੜੇ ਮੈਂ ਤੁਹਾਨੂੰ ਭੇਜਿਆ ਹੁਣ। 32 ਘਰਾਂ ਦੇ ਵਿੱਚ ਗਮਾਡਾ ਨੇ ਕਿਹਾ ਕਿ ਅਸੀਂ ਇਹਨੂੰ ਰੈਗੂਲਰਾਈਜ਼ ਕਰ ਦਾਂਗੇ, ਇਹਦਾ ਜੁਰਮਾਨਾ ਜਿਹੜਾ ਬਣਦਾ 2500 ਫੀਸ ਜਮ੍ਹਾਂ ਕਰਾ। 2006 ਦੀ ਗੱਲ ਹੈ। ਹੁਣ 32 ਘਰਾਂ ਦੀ ਲਿਸਟ ਹੈ। ਜਦੋਂ ਕਰੋਨਾ ਚੱਲ ਰਿਹਾ ਸੀ 32 ਵਿੱਚੋਂ 6 ਘਰ ਤੋੜ ਦਿੱਤੇ। ਬਾਕੀ ਕਿਉਂ ਨਹੀਂ ਤੋੜੇ? ਬਾਕੀ ਸੀਗੀ ਜ਼ਿਮੀਂਦਾਰਾਂ ਦੇ, ਜਨਰਲ ਕੈਟਾਗਰੀ ਦੇ। ਜ਼ਿਮੀਂਦਾਰ ਦੇ ਕਿਉਂ ਛੱਡੇ ਗਏ? ਜਾਂ ਤਾਂ ਉਹਨਾਂ ਅਮਰੂਦ ਬਾਗ ਸਕੈਮ 'ਚ ਪੈਸੇ ਕਮਾਏ ਆ, ਜਾਂ ਉਹਦੇ ਕੋਲ LOI ਸੀ, ਜ਼ਮੀਨ ਸੀ ਵੇਚਣ ਨੂੰ, ਅਗਲੇ ਨੇ ਰਿਸ਼ਵਤ ਦੇ ਦਿੱਤੀ ਗਮਾਡਾ ਅਧਿਕਾਰੀ ਨੂੰ। 32 ਵਿੱਚੋਂ 25 ਜਾਂ 26 ਤੇ ਛੱਡ ਦਿੱਤੇ, ਪਰ ਬਾਕੀ 7 ਕੌਣ ਸੀ? ਜਿਹੜੇ SC, ਜਿਹੜਾ ਜੁੱਤੀਆਂ ਗੰਢਦਾ, ਜਿਹੜਾ ਦਿਹਾੜੀ ਲਗਾਉਂਦਾ। ਇੱਕ ਟੱਬਰ BC ਹੈ, ਉਹਦੇ ਘਰ ਤੋੜ ਕੇ ਮਾਲੀਆ ਮੇਟ ਕਰ ਦਿੱਤੇ। 3 ਪਰਿਵਾਰ ਇੱਦਾਂ ਦੇ ਸੀ ਮੇਰੇ ਨਾਲ, ਜਿਹਦੇ ਕੋਲ 1 ਇੰਚ ਵੀ ਜ਼ਮੀਨ ਬਾਕਰਪੁਰ 'ਚ ਹੈ ਨਹੀਂ। ਉਹ ਹੋਰ ਪਿੰਡਾਂ 'ਚ ਚਲੇ ਗਏ, ਕਿਰਾਏ 'ਤੇ ਰਹਿੰਦੇ, ਉਹ ਉਜਾੜੇ ਹੈ ਗਮਾਡਾ ਵਾਲੇ ਨੇ। ਇਹ ਸੀ ਦੂਜਾ ਅੱਜ ਸਕੈਮ ਐਕਸਪੋਜ਼ ਕੀਤਾ ਕਿ ਗਮਾਡਾ ਅਧਿਕਾਰੀ ਜਿਹੜੇ ਮਕਾਨ ਤੋੜਦੇ ਆ, ਇੱਥੇ ਇਮਾਨਦਾਰੀ ਨਹੀਂ, ਇੱਥੇ ਰਿਸ਼ਵਤ ਦੇ ਕੇ ਤੁਸੀਂ ਜਿਹੜੇ ਮਰਜ਼ੀ ਮਕਾਨ ਬਚਾ ਲਓ, ਜਿਹੜਾ ਨਹੀਂ ਦਿੰਦਾ ਖੁੰਦਾ ਕੱਢਣੀ ਤੋੜ ਦਿਓ। ਜਿੰਨੇ ਵੀ ਕਲੋਨੀਆਂ 'ਚ ਇੱਦਾਂ ਗਮਾਡਾ ਡਰਾਈਵ ਚਲਾਉਂਦੀ ਆ, ਉਹ ਇੱਦਾਂ ਚੁਣ ਕੇ ਜਿਹੜੇ ਬੰਦੇ ਪੈਸੇ ਨਹੀਂ ਦਿੰਦੇ ਜਾਂ ਰਿਸ਼ਵਤ ਨਹੀਂ ਦਿੰਦੇ, ਇਹਨਾਂ ਨਾਲ ਕੋਈ ਹਿੱਸਾ ਪੱਤੇ ਨਹੀਂ ਕਰਦੇ, ਸਿਰਫ ਉਹਨਾਂ ਦੇ ਮਕਾਨ ਹੀ ਤੋੜੇ ਜਾਂਦੇ ਆ। ਇਹ ਐਗਜ਼ਾਮਪਲ ਅਸੀਂ ਅੱਜ ਦਿੱਤੀ ਹੈ ਬਾਕਰਪੁਰ ਦੀ। ਇੱਕ ਮੈਂ ਹੋਰ ਐਗਜ਼ਾਮਪਲ ਦਿੱਤੀ, ਕਿਸ਼ਨਪੁਰਾ ਪਿੰਡ ਹੈ ਏਅਰਪੋਰਟ ਦੇ ਨੇੜੇ, ਚੰਡੀਗੜ੍ਹ ਮੋਹਾਲੀ ਏਅਰਪੋਰਟ ਦੇ ਨੇੜੇ। ਉੱਥੇ ਕਿਸ਼ਨਪੁਰ ਪਿੰਡ ਦੇ ਵਿੱਚ ਹਿੰਦੂ ਪਰਿਵਾਰ ਹੈ, ਕਿਸਾਨ ਹੈ ਛੋਟੇ ਜਿਹੇ ਵਿਚਾਰੇ। ਉਹਨਾਂ ਦਾ ਇੱਕ ਮੁੰਡਾ ਨੌਕਰੀ ਲੱਗ ਗਿਆ ਐਗਰੀਕਲਚਰ ਡਿਪਾਰਟਮੈਂਟ 'ਚ। ਐਗਰੀਕਲਚਰ ਡਿਪਾਰਟਮੈਂਟ 'ਚ ਨੌਕਰੀ ਲੱਗ ਗਿਆ ਤਾਂ ਉਹਦਾ ਕਿਸੇ ਨਾਲ ਦੇ ਅਫਸਰਾਂ ਨਾਲ ਝਗੜਾ ਹੋ ਗਿਆ ਜੀ। ਉਹ ਕਹਿੰਦਾ ਅਫਸਰ ਕਹਿੰਦਾ ਮੈਂ ਤੈਨੂੰ ਦੱਸਦਾ। ਉਹਨੇ ਗਮਾਡਾ ਦੇ ਅਧਿਕਾਰੀ ਨੂੰ ਕੀਤਾ ਫੋਨ, ਨਾਲ ਕੋਈ ਮਾੜੀ ਮੋਟੀ ਸੈਟਿੰਗ ਕਰਕੇ ਪੈਸੇ ਪੂਸੇ ਦਿੱਤੇ। ਉਹਨੂੰ ਕਿਹਾ ਕਿਸ਼ਨਪੁਰ ਪਿੰਡ 'ਚ ਇਹ ਬੰਦੇ ਦਾ ਮਕਾਨ ਤੋੜ ਗਿਆ। ਹੁਣ ਮਕਾਨ ਤੋੜਨ ਲਈ ਨਾਲ ਉਹਨੂੰ ਨੋਟਿਸ ਵੀ ਕੱਢਦਾ, ਨੋਟਿਸ ਤਾਂ ਕੱਢਦਾ ਪੇਪਰਾਂ 'ਚ, ਪਰ ਉਹ ਜ਼ਮੀਨ ਦਾ ਮਾਲਕ ਹੈ ਨਹੀਂ। ਤੇ ਮਕਾਨ ਕਿਹਦੇ ਤੋੜ ਗਿਆ? ਉਹਦੇ ਸਗੇ ਤਾਏ ਤੇ ਸਗੇ ਚਾਚੇ ਦਾ। ਤੇ ਉਹ ਮਕਾਨ ਤੋੜਤਾ, ਤੇ ਤੋੜਤਾ ਨਜਾਇਜ਼ ਸਾਰੀ ਤੋੜਨੀ ਚਾਹੀਦੀ ਹੈ, ਪਰ ਆਂਢੀ ਗੁਆਂਢੀ ਦੇ ਕਿਉਂ ਨਹੀਂ ਤੋੜੇ? ਕਿਉਂਕਿ ਉੱਥੇ ਖੁੰਦਕ ਵਾਸਤੇ ਫੋਨ ਨਹੀਂ ਕੀਤਾ ਅਫਸਰ ਨੇ। ਤੇ ਇਸ ਤਰੀਕੇ ਨਾਲ ਅਸੀਂ ਦੱਸਿਆ ਕਿ ਜਿਹੜੇ ਗਮਾਡਾ ਦੇ ਅਧਿਕਾਰੀ ਹੈ, ਜਦੋਂ ਲੋਕਾਂ ਦੇ ਮਕਾਨ ਤੋੜਦੇ ਆ, ਲੋਕਾਂ ਦੀ ਨਜਾਇਜ਼ ਉਸਾਰੀਆਂ ਤੋੜਦੇ ਆ, ਤਾਂ ਇਹ ਤੋੜਨਗੇ ਕਿਉਂ? ਕਿਉਂਕਿ ਨਜਾਇਜ਼ ਉਸਾਰੀਆਂ ਕਰਾਉਣ ਲਈ ਹਰਾਮ ਦੀ ਕਮਾਈ ਖਾਧੀ ਇਹਨੇ, ਕਲੋਨੀਆਂ ਬਣਾਈਆਂ, ਬਿਲਡਰਾਂ ਤੋਂ ਖਾਧੇ, ਡੀਲਰਾਂ ਤੋਂ ਖਾਧੇ ਆ, ਲੋਕਾਂ ਦੇ ਨਕਸ਼ੇ ਉਸਾਰੀਆਂ ਕਰਨ ਦੇ ਵਿੱਚ ਵੀ ਮੇਰੇ ਘਰ ਤੋੜਨਾ ਹੀ ਪੈਸੇ ਖਾਦੇ ਆ। ਇਸ ਕਰਕੇ ਜਿਹਦੇ ਕੋਲ ਪੈਸੇ ਖਾਣ ਤੋੜਨ ਕਿਉਂ? ਜਦੋਂ ਕਦੇ ਤੋੜਨ ਵਾਸਤੇ ਜਾਂਦੇ ਉੱਪਰ ਪ੍ਰੈਸ਼ਰ ਪੈਂਦਾ ਤਾਂ ਇੱਕ ਤਾਂ ਗਰੀਬ ਜਿਹਾ ਬੰਦਾ ਲੱਭ ਕੇ ਜਿਹੜਾ ਹੱਥ ਪੈਰੀ ਜੋੜਦਾ ਰਹਿ ਜਾਂਦਾ, ਸਿਰਫ ਉਹਦਾ ਮਕਾਨ ਤੋੜਿਆ ਜਾਂਦਾ। ਜਿਹੜਾ ਦੂਜਾ ਜੁੱਤੀ ਚੱਕ ਲੈਂਦਾ ਨਾ, JE ਨੂੰ ਮੈਂ ਤੈਨੂੰ ਪੈਸੇ ਦਿੱਤੇ ਸੀ, ਤੂੰ ਕੀ ਤੋੜਦਾ? ਉਹ ਕਹਿੰਦਾ ਚੱਲ 50,000 ਹੋਰ ਦੇ ਤੇਰਾ ਮੈਂ ਬਚਾ ਲੈਣਾ। ਇਸ ਤਰੀਕੇ ਨਾਲ ਇਹ ਦੋ ਕੰਮ ਕਰਦੇ ਆ। ਜਿਹੜਾ ਇਹ ਟੇਢਾ ਤਰੀਕਾ ਚੱਲ ਰਿਹਾ, ਐਡਾ ਵੱਡਾ ਘਪਲਾ ਹੋ ਗਿਆ, ਤੇ ਫਿਰ ਜਦੋਂ ਐਡਾ ਘਪਲਾ ਉਜਾਗਰ ਹੋ ਗਿਆ, ਹੁਣ ਗੱਲ ਖੜੇਗੀ ਕਿੱਥੇ? ਇਸ ਨੂੰ ਲੈ ਕੇ ਕੀ ਲਿਖਤੀ ਰੂਪ ਦੇ ਵਿੱਚ ਜਿਹੜੇ ਪੀੜਤ ਲੋਕ ਹੈ ਮਕਾਨਾਂ ਵਾਲੇ, ਉਹਨਾਂ ਨੇ ਸ਼ਿਕਾਇਤ ਵੀ ਦਿੱਤੀ? ਜੇ ਕਦੋਂ ਦਿੱਤੀ ਤੇ ਹੁਣ ਤੱਕ ਹੋਇਆ ਕੀ ਹੈ ਉਹਦੇ ਤੇ? ਦੇਖੋ, ਜਿਹੜੀ ਤਾਂ ਹੈਗੀ ਆ 18 ਕਿੱਲੇ ਜ਼ਮੀਨ ਛੱਡਣ ਦੀ, ਤੇ ਬਾਕੀ ਜਿਹੜਾ 60 ਏਕੜ ਦੀ ਜ਼ਮੀਨ ਛੱਡਣ ਦੀ, ਇਹਦੀ ਸ਼ਿਕਾਇਤ ਉਸ ਪਿੰਡ ਦਾ ਕਿਸਾਨ ਹੈ ਧਰਮਵੰਤ ਸਿੰਘ, ਉਹਦੇ ਵੱਲੋਂ ਮੈਂ ਹੀ ਕਰਵਾਈ ਸੀ। ਤੇ ਬਾਕੀ ਬਾਕਰਪੁਰ ਪਿੰਡ ਦੇ ਹੋਰ ਪਿੰਡਾਂ ਦੀ ਜ਼ਮੀਨਾਂ ਦੀ ਜਿਹੜੀ ਸ਼ਿਕਾਇਤ ਹੈ, ਉਹ ਮੇਰੇ ਵੱਲੋਂ ਮਈ ਦੇ ਵਿੱਚ ਭਗਵੰਤ ਮਾਨ ਨੂੰ, ਚੀਫ ਸੈਕਟਰੀ ਤੇ ਵਿਜੀਲੈਂਸ ਨੂੰ ਕੀਤੀ ਗਈ ਸੀਗੀ। ਜਿਹੜੀ ਹੈਗੀ ਉਹ SC ਕੈਟਾਗਰੀ ਦੇ ਲੋਕਾਂ ਦੇ ਮਕਾਨ ਤੋੜੇ ਆ। ਇਹ ਕਿਸਾਨ ਜਥੇਬੰਦੀ ਆ, ਉਸ ਕਿਸਾਨ ਜਥੇਬੰਦੀ ਨੇ ਦਸੰਬਰ ਦੇ ਵਿੱਚ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਫੋਟੋਆਂ ਅਖਬਾਰਾਂ 'ਚ ਆਈ ਸੀ, ਤੇ ਉਹਨਾਂ ਨੇ ਵੀ ਸ਼ਿਕਾਇਤ ਕੀਤੀ ਹੋਈ ਹੈ। ਤੇ ਗੱਲ ਪੁੱਜੀ ਕਿੱਥੇ ਹੈ? ਕੋਈ ਸਰਕਾਰ ਦੇ, ਕਿਉਂਕਿ ਤੁਹਾਡਾ ਤਾਂ ਵਾਹ ਪੈਂਦਾ ਰਹਿੰਦਾ, ਅਫਸਰਾਂ ਨੇ ਕੀ ਕਿਹਾ ਕਿ ਇਹਦੇ 'ਚ ਕੁਝ ਬਣੂਗਾ, ਵੀ ਇਨਸਾਫ ਮਿਲੇਗਾ ਜਿਨ੍ਹਾਂ ਨਾਲ ਧੱਕਾ ਹੋਇਆ, ਜਾਂ ਫਿਰ ਹਾਲੇ ਬਹੁਤ ਲੰਮਾ ਕੁਝ ਚੱਲਣਾ ਇਹਦੇ? ਅਫਸਰਾਂ ਨੂੰ ਇਹ ਲੱਗਦਾ ਵੀ ਇਹੋ ਜਿਹੀ ਸ਼ਿਕਾਇਤਾਂ ਬਹੁਤ ਆਉਂਦੀਆਂ, ਰੱਦੀ ਟੋਕੀ ਸਿੱਟੀਆਂ ਜਾਂਦੀਆਂ। ਹੁਣ ਅਫਸਰਾਂ ਨੂੰ ਡਰ ਬਣਿਆ ਅਮਰੂਦ ਬਾਗ ਸਕੈਮ ਤੋਂ ਬਾਅਦ। ਅਸੀਂ ਵੀ ਤਾਂ ਹੀ ਰੌਲਾ ਪਾਉਣ ਲੱਗੇ ਵੀ ਹੁਣ ਅਮਰੂਦ ਬਾਗ ਸਕੈਮ ਜੋ ਹੋਣਾ ਸੀ ਲਗਭਗ ਹੋ ਚੁੱਕਾ ਹੈ। 19-21 ਦਾ ਫਰਕ ਰਹਿ ਗਿਆ, 10% ਕੰਮ ਨਹੀਂ ਹੋਇਆ। ਤੁਸੀਂ ਸਮਝਦੇ ਵੀ ਕਿਉਂ ਨਹੀਂ ਹੋਇਆ ਜਾਂ ਕੀ ਕਰਨਾ? 90% ਕੰਮ ਹੋ ਗਿਆ। ਹੁਣ ਮਾਮਲਾ ਠੰਡਾ ਨਾ ਪੈ ਜਾਏ, ਇਸ ਕਰਕੇ ਹੁਣ ਨਵੇਂ ਸਕੈਮ ਕੱਢ ਕੇ ਲਏ ਆ। ਔਰ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਵੀ ਦੇਤਾ ਹੁਣ ਤੁਹਾਨੂੰ ਇੱਕ ਮਾਮਲਾ ਵੱਡਾ। ਇੱਕ ਤਾਂ BJP ਨੇਤਾ ਜਿਹੜਾ 5 ਸਟਾਰ ਹੋਟਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦਾ ਕੈਂਸਲ ਕਰ ਦਿਓ, ਤੇਰੇ ਕੋਲ ਮੌਕਾ ਹੈਗਾ। ਨਾਲੇ ਤਾਂ ਪੋਲੀਟੀਕਲ ਫਾਇਦਾ ਹੋਏਗਾ, ਨਾਲੇ ਲੋਕਾਂ ਨੂੰ ਇਨਸਾਫ ਮਿਲ ਜਾਏਗਾ। ਨਹੀਂ ਤਾਂ ਫਿਰ ਲੋਕ ਕਹਿਣਗੇ ਇਲੈਕਸ਼ਨ 'ਚ ਵੀ ਜੇ ਉਹ BJP ਲੀਡਰ ਦੇ 23 ਏਕੜ ਛੱਡ ਦਿੱਤੇ, ਮੈਂ ਕਿਸਾਨ ਹੈ ਤੇ ਮੇਰੀ 1200 ਗਜ਼ ਕਿਉਂ? ਫਿਰ ਇਹ ਅਸੀਂ ਮੰਗ ਕੀਤੀ ਆ ਜੀ ਵੀ ਜ਼ਿਆਦਾ ਐਟਰੋਪੋਲਿਸ ਪ੍ਰੋਜੈਕਟ ਹੀ ਰੱਦ ਕਰ ਦਿਓ ਯਾਰ। ਜੇ ਤੁਸੀਂ ਆਪਣੇ ਰਸੂਖਦਾਰਾਂ ਨੂੰ ਛੱਡਣੇ ਆ 18 ਏਕੜ ਤੇ BJP ਦੇ ਨੇਤਾ ਨੂੰ ਛੱਡਣਾ 23 ਏਕੜ, ਤੇ ਕੋਰਟ ਨੇ ਜਾ ਕੇ ਦੇਣੇ ਸਟੇਟਸ ਕੋ 23 ਏਕੜ ਦੇ, ਫਿਰ ਕਿਸਾਨ 1200 ਗਜ਼ ਕਿਉਂ ਦੇ? ਹਾਂ, ਉਹਨੂੰ 1200 ਗਜ਼ ਕਿਉਂ ਮਿਲੇ 4800 ਗਜ਼ ਚੋਂ? ਫਿਰ ਉਹਨਾਂ ਨੂੰ ਵੀ 4800 ਗਜ਼ ਦੇ ਦਿਓ, ਪ੍ਰੋਜੈਕਟ ਹੀ ਕੈਂਸਲ ਕਰ ਦਿਓ ਫਿਰ। ਜਾਂ ਫਿਰ ਹੁਣ ਦੂਜੀ ਹੈ, ਫਿਰ ਬਰਾਬਰ ਕਰੋ ਕਾਨੂੰਨ ਸਭ ਲਈ। ਜੇ ਕਿਸਾਨ ਨੂੰ 1200 ਗਜ਼ ਮਿਲਦਾ, BJP ਨੇਤਾ ਨੂੰ ਵੀ 1200 ਗਜ਼ ਦਾ LOI ਮਿਲੇ। ਜਿਹੜਾ ਉਹ 18 ਏਕੜ ਛੱਡੇ ਆ ਰਸੂਖਦਾਰ ਨੂੰ, ਅਮਰੂਦ ਬਾਗ ਸਕੈਮ ਵਾਲੇ ਨੂੰ, ਉਹਨਾਂ ਨੂੰ ਵੀ 1200 ਗਜ਼ ਮਿਲੇ। ਇਹ ਅੱਜ ਦੀ ਸਾਡੀ ਮੰਗ ਕੀਤੀ ਹੈ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ।
ਤਾਂ ਇਹ ਜਿਹੜਾ ਇੱਕ ਅਰਬਾਂ ਦਾ ਘਪਲਾ ਹੈ ਕਥਿਤ ਤੌਰ ਦੇ ਉੱਤੇ, ਪਰ ਇਸ ਦੇ ਵਿੱਚ ਕੌਣ-ਕੌਣ ਮਿਲਿਆ, ਕਿਸ-ਕਿਸ ਨੇ ਚੂਨਾ ਲਾਇਆ ਸਰਕਾਰੀ ਖਜ਼ਾਨੇ ਨੂੰ, ਇਸ ਦੀ ਜਾਂਚ ਪੜਤਾਲ ਹੋ ਕੇ ਤਹਿ ਤੱਕ ਜਾਣੀ ਚਾਹੀਦੀ ਹੈ। ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਕਾਨੂੰਨ ਕੀ ਕਹਿੰਦਾ ਹੈ ਉਸ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਇਹ ਪੀੜਤ ਲੋਕਾਂ ਦੀ ਵੀ ਮੰਗ ਹੈ ਔਰ ਇਸ ਕੇਸ ਦੀ ਅੱਗੇ ਪੈਰਵਾਈ ਕਰਦਿਆਂ ਹੋਇਆਂ ਲੀਡ ਕਰ ਰਹੇ ਨੇ ਇਹਨਾਂ ਦੀ ਵੀ ਮੰਗ ਹੈ। ਸਤਨਾਮ ਸਿੰਘ ਦਾਓ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਵਿਸਥਾਰ ਦੇ ਨਾਲ ਦੱਸਿਆ ਕਿ ਮੁੱਦਾ ਆਸਰ ਦੇ ਵਿੱਚ ਕੀ ਹੈ ਔਰ ਇਸ ਮੁੱਦੇ ਤੇ ਪਹੁੰਚ ਕਿਸ ਤਰ੍ਹਾਂ ਅਪਣਾਈ ਗਈ ਹੈ ਔਰ ਇਸ ਦੇ ਵਿੱਚ ਹੋ ਕੀ ਸਕਦਾ ਹੈ। ਸਾਰੀਆਂ ਗੱਲਾਂ ਕੀਤੀਆਂ ਨੇ। ਤੁਸੀਂ ਕੀ ਸਮਝਦੇ ਹੋ, ਕੌਣ ਮਿਲਿਆ ਹੋ ਸਕਦਾ ਹੈ ਔਰ ਸਰਕਾਰ ਨੂੰ ਇਸ ਮੁੱਦੇ ਦੇ ਉੱਤੇ ਕਰਨਾ ਕੀ ਚਾਹੀਦਾ ਹੈ? ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ। ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।